वाहिगुरु जी। सतनाम श्री वाहिगुरु। तुद आगे अरदास हमारी, जियो पिंड सब तेरा, कहो नानक सब तेरी वड्याई। कहो नानक सब तेरी वड्याई। कोई नाऊ न जाने मेरा, मुँह कुचरै शास्त्र खट। मुँह कुचरै शास्त्र खट। पिंग गिरन चढ़ जाए, अंध लखै बदरो सुनै। अंध लखै बदरो सुनै। ज्यों काल कृपा कराए, वह प्रगट्यो मर्द अगम्मड़ा। वरयाम अकेला वाहो वाहो गोबिंद सिंह। आपे गुर चेला, तही प्रकाश हमारा भयो। पटना शहर विखै पव लयो। ठाड़ पयो मैं जोर कर, बचन कहा सिर न्याय। पंथ चले तब जगत में, जब तुम करो सहाय। सतजुग तै माणियो, छलियो बल बावन भायो। त्रेता तै माणियो, राम रघुवंश कहायो। द्वापर कृष्ण मुरार, कंस कृतार्थ कियो। उग्र सैन को राज, भय भगत जन दियो। कलयुग प्रमाण नानक गुर, अंगद अमर कहायो। छाए जाती एकता, अनेकता बुलाए जाती। होवती कुचीलता, कतिबन कुरान की। पाप ही परपक जाते, धर्म कसक जाते। वर्ण गर्क जाते, साहिब वीरान की। देवी देव देहोरे, संतोख सिंगा दूर होते। रीत मिट जाती, कथा वेदन पुराण की। श्री गुरु गोबिंद सिंह पावन परम सूर। श्री गुरु गोबिंद सिंह पावन परम सूर। मूर्त न होती, ज्यों पे करना निधान की।
तेरे चन वर्गा चन होर कोई नहीं हो सकदा। मां गुजरी तेरे चन वर्गा चन होर कोई नहीं हो सकदा। जुग जुग अटल दसां पातशाहियां दी जगदी जोत चबर तख्त छत्र दे मालक
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਵਿੱਚ ਵਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਵਿੱਚ ਅੱਜ ਉਸ ਮਰਦ ਅਗੰਮੜੇ ਗੁਰੂ ਦੀ ਯਾਦ ਵਿੱਚ, ਗੁਰੂ ਦੇ ਪਿਆਰ ਵਿੱਚ ਜੁੜ ਬੈਠੇ ਹੋ। ਮਰਦ ਅਗੰਮੜਾ ਭਾਈ ਗੁਰਦਾਸ ਸਾਹਿਬ ਹੋਰਾਂ ਸ਼ਬਦ ਵਰਤਿਆ, ਵਾਹੋ ਪ੍ਰਗਟਿਓ ਮਰਦ ਅਗੰਮੜਾ। ਕੀ ਗੱਲ ਕਲਗੀਧਰ ਪਾਤਸ਼ਾਹ ਲਈ ਮਰਦ ਸ਼ਬਦ ਵਰਤਿਆ? ਤੇ ਕੁਦਰਤੀ ਤੌਰ ਤੇ ਜੇ ਕੋਈ ਕਹਿਣਾ ਚਾਹੇ ਤੇ ਕਹਿ ਸਕਦਾ ਕਿ ਕੀ ਗੁਰੂ ਸਾਹਿਬ ਤੋਂ ਪਹਿਲਾਂ ਕੋਈ ਮਰਦ ਨਹੀਂ ਸੀ ਦੁਨੀਆ 'ਚ? ਆਖੋ ਸਤਨਾਮ ਵਾਹਿਗੁਰੂ ਜੀ। ਸੱਚ ਵਿੱਚ ਨਹੀਂ ਸੀ, ਕਿਉਂਕਿ ਮਰਦ ਕਿਹਨੂੰ ਵਗਿਆ? ਬਾਣੀ ਕਹਿੰਦੀ ਹੈ ਜਾਂ ਕਉ ਮਿਹਰ 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 ਵਾਨਾ, ਸੋਈ ਮਰਦ ਮਰਦ ਮਰਦਾਨਾ। ਮਰਦ ਦਾ ਮਤਲਬ ਇਹ ਨਹੀਂ ਕੋਈ ਮਨੁੱਖ, ਬੰਦੇ ਜਾਂ ਇਸਤਰੀ ਲਈ ਸ਼ਬਦ ਨਹੀਂ ਹੈ। ਕਹਿੰਦੇ ਜੀ ਤੇ ਪਰਮਾਤਮਾ ਦੀਆਂ ਰਹਿਮਤਾਂ ਹੀ ਇੰਨੀਆਂ ਹੋਣ, ਕਹਿੰਦੇ ਉਹ ਮਰਦ ਜਿਹੜਾ ਜ਼ੁਲਮ ਦੇ ਨਾਲ ਟੱਕਰ ਲੈ ਸਕਦਾ ਹੋਵੇ, ਹੋ ਰਹੇ ਪਾਪ ਵਗ ਰਹੇ ਪਾਪਾਂ ਦੇ ਦਰਿਆ ਨੂੰ ਠੱਲ ਲਾ ਦੇਣ ਵਾਲਾ ਹੋਵੇ, ਰੋ ਰਹੀ ਕੁਰਲਾ ਰਹੀ ਲੁਕਾਈ ਨੂੰ ਹੱਸਣ ਲਾ ਦੇਵੇ, ਦੱਬੇ ਤੇ ਕੁਚਲੇ ਲੋਕਾਂ ਨੂੰ ਯੋਧੇ ਬਣਾ ਦੇਵੇ, ਉਹ ਫਿਰ ਮਰਦ ਨਹੀਂ ਤੇ ਹੋਰ ਕੀ ਆ? ਆਖੋ ਸਤਨਾਮ ਵਾਹਿਗੁਰੂ ਜੀ। ਜਾ ਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਭਾਈ ਗੁਰਦਾਸ ਜੀ ਕਹਿੰਦੇ ਵਾਹੋ ਪ੍ਰਗਟਿਓ ਮਰਦ ਅਗੰਮੜਾ। ਅਗੰਮੀ ਸ਼ਕਤੀਆਂ, ਅਗੰਮੀ ਤਾਕਤਾਂ ਦਾ ਸੋਮਾ ਜਿਹਦੇ ਕੋਲ, ਉਹ ਮਰਦ ਅਗੰਮੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲਈ ਕਿਹਾ। ਤੇ ਜਿਹਨੇ ਆਪਣੇ ਵਰਗੇ ਮਰਦ ਪੈਦਾ ਕਰ ਦਿੱਤੇ ਇਸ ਦੁਨੀਆ ਤੇ, ਇਸ ਧਰਤੀ ਤੇ, ਇਸ ਹਿੰਦੁਸਤਾਨ ਦੀ ਧਰਤੀ ਤੇ। ਕਵੀ ਜੀ ਦੀਆਂ ਪੰਗਤੀਆਂ ਤੁਸੀਂ ਸਰਵਣ ਕੀਤੀਆਂ। ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਸਮਾਂ ਐਸਾ ਸੀ ਕਿ ਮੁਗਲ ਰਾਜ ਦਾ 750 ਸਾਲ ਪੁਰਾਣਾ ਕਬਜ਼ਾ ਸੀ ਇਸ ਹਿੰਦੁਸਤਾਨ, ਇਸ ਭਾਰਤ ਵਰਸ ਤੇ। ਤੇ ਕਬਜ਼ਾ ਵੀ ਇਹੋ ਜਿਹਾ ਕਿ ਉਸ ਸਮੇਂ ਦਾ ਜਿਹੜਾ ਬਾਦਸ਼ਾਹ, ਜਦੋਂ ਕਲਗੀਧਰ ਮਹਾਰਾਜ ਸੰਸਾਰ ਵਿੱਚ ਆਉਂਦੇ ਨੇ, ਧਿਆਨ ਦਿਓ, ਬੱਚਿਆਂ ਨੂੰ ਚੁੱਪ ਕਰਾ ਕੇ ਰੱਖਿਆ ਜੀ। ਤਾਂ ਜੋ ਹਿੰਦੁਸਤਾਨ ਦਾ ਬਾਦਸ਼ਾਹ ਹੈ, ਬਾਦਸ਼ਾਹ ਔਰੰਗਜ਼ੇਬ, ਆਪਣੇ ਭਾਈਆਂ ਨੂੰ, ਆਪਣੇ ਬਾਪ ਨੂੰ, ਆਪਣੀ ਭੈਣ ਨੂੰ ਕਤਲ ਕਰਕੇ ਰਾਜ ਗੱਦੀ ਤੇ ਬੈਠਾ। ਜਿਹੜਾ ਧਰਮ ਸਭ ਚੰਗੇ ਨੇ, ਮਾੜਾ ਕੋਈ ਨਹੀਂ, ਪਰ ਕਈ ਵਾਰ ਧਰਮ ਦੇ ਵਿੱਚ ਕੁਝ ਧਰਮ ਦੇ ਆਗੂ, ਧਰਮ ਦੇ ਪੈਰੋਕਾਰ ਮਾੜੇ ਪੈਦਾ ਹੋ ਜਾਂਦੇ ਨੇ। ਤਾਂ ਉਹਨਾਂ ਕਰਕੇ ਕਈ ਵਾਰ ਦੁਨੀਆ ਸਾਰਿਆਂ ਨੂੰ ਹੀ ਮਾੜਾ ਕਹਿ ਦਿੰਦੀ ਆ, ਪਰ ਨਹੀਂ, ਕੁਝ ਲੋਕ ਹੁੰਦੇ ਨੇ ਜਿਹੜੇ ਸਿਸਟਮ ਨੂੰ ਗੰਧਲਾ ਕਰ ਦਿੰਦੇ ਨੇ, ਮਾੜਾ ਕਰ ਦਿੰਦੇ ਨੇ। ਕਿਉਂਕਿ ਜਿਸ ਗੁਰੂ ਦੇ ਪਿਆਰ ਵਿੱਚ ਬੈਠੇ ਆ, ਉਹ ਹੀ ਗੁਰੂ ਤੇ ਕਹਿੰਦਾ ਮੈਨੂੰ ਤੇ ਸਾਰੇ ਇੱਕੋ ਜਿਹੇ ਨੇ। ਹਿੰਦੂ ਵੀ ਉਹ ਹੈ, ਸਿੱਖ ਵੀ ਮੇਰਾ ਹੈ, ਮੈਨੂੰ ਪਿਆਰਾ ਹੈ, ਮੁਸਲਮਾਨ ਵੀ ਮਾਰੇ ਕਹਿੰਦੇ ਮੈਨੂੰ ਪਿਆਰਾ ਹੈ। हिंदू और तुर्क को राफ जी इमाम साफी
मानस की जात सब है एक है पहचान वो। वो तो कहते मानस आ जिहड़ा ਉਹਦੀ मानस की जात ਨੂੰ ਇੱਕੋ ही पछाणो। कोई हिंदू है, कोई तुर्क है, कोई राफजी है, कोई इमामी, कोई साफी, कोई भी है, सारे मेरे ने। कहते हिंदू तुर्क को राफजी इमाम साफी, मानस की जात सब है एक है पहचान वो। उस गुरु दे बोल ने कलंगीधर पातशाह दे। दूजी बेनती कर देवां, 9 गुरुआं दा जो प्रकाश है, अवतार है, वो पंजाब की धरती ते हुंदा है। पर कलंगीधर पातशाह का जिहड़ा अवतार है, जो प्रकाश है, वो बिहार की धरती ते हुंदा है। पहले पातशाह गुरु नानक पातशाह महाराज, ठीक है देश की वंड तो बाद पाकिस्तान अलग हो गया, वक्री गल है, सी ते पंजाब ही, हुण असीं लहिंदा पंजाब कह दिंदे हां। गुरु अंगद देव पातशाह महाराज, नागे दी सराह पंजाब, श्री मुक्तसर साहब की धरती। तीसरे पातशाह महाराज बसर के, चौथे पातशाह लाहौर चूना मंडी। इस तरह करके साध संगत पंजवें पातशाह का गोविंदवाल साहिब, छेवें पातशाह गुरु की वडाली नगर पातशाह का प्रकाश हुंदा है। 7वें ते 8वें पातशाह कीरतपुर साहब। इस तरह करके 9वें पातशाह श्री अमृतसर साहब। इन्हां 9 गुरुआं का जो प्रकाश है, आगमन है, वो पंजाब की धरती ते हुंदा है। लेकिन 10वें पातशाह महाराज बिहार की धरती ते क्यों जन्म लेंदे ने, क्यों प्रकाश धारण करते हैं? तो उन्हें अपने बचना विच कहा, तही प्रकाश हमारा भयो, पटना शहर विखै पव लयो। कोई भुलेखा नहीं रखिया, कोई ओला नहीं रखिया महाराज ने। पटना शहर, पटना जो बिहार, इनू पहला पाटली पुत्र भी कहा जाता सी। इहदे 5 होर भी नाम ने, कई नामां दे नाल समय ने इनू नवाजिया, समय समय ते इहदे नाम बदलते रहे ने। पाटली पुत्र तो ये काफ़ी मशहूर रहा। उस तो बाद फिर इहदा जिहड़ा नाम है गुरमुखो, वो पिया पटना, ते जिथे साहिब आ जाए फिर वो साहिब बन जाता है। आखो सतनाम। जिथे गुरु आ जाए उहदे नाल साहिब लग जाता है। ये कुदरती तौर पर जिथे गुरु ग्रंथ साहिब महाराज जान बैठ जान, तो गुरु ग्रंथ साहिब पातशाह महाराज का जिहड़ा पीड़ा है, तो लकड़ ते वाण ही है। लकड़ ते कोई कपड़े का कोई वाण लग्या होया, कोई मुंज का जां कासे का ही जां पलाई लगी है, पर वो पीड़ा साहिब बन जाता है, क्योंकि गुरु विराजमान हो गया। उते है तो कपड़ा ही गुरु की अंगी लग गया, रमाला साहिब बन गया ना। चौर ते पता नहीं किन्ने की पाए ने, किन्ने थावां ते होणगे झुलदे, पर जिहड़ा गुरु कोल आ गया, जिहड़ा गुरु ते झुल गया, वो चौर साहिब बन गया। आखो सतनाम। इस करके जिहड़ी चीज़ गुरु नाल जुड़ जाए, जिहड़ी धरती भी गुरु नाल जुड़ जाई गई, जिथे गुरु आ गया वो धरती भी साहिब के नाम नाल जानी गई। इस करके पटना साहिब, इदां दी आवाज़ ना करो, इन्हूं बंद करो। पता नहीं ना, जो इदा चलती विचार करते हैं ना, तो उदों ऐ लगता भी डांग वजी होंदी है। सानूं तां ऐ लगता, क्योंकि सारा ख्याल खिंड जाता है। इशारे नाल गल करिया करो, हौली। इस करके सतगुरु पातशाह महाराज इस धरती ते आए ते पटना साहिब हो गया। तो मैं बेनती कर रहा सी आप जी नूं कि महाराज बिहार की धरती ते क्यों आए, पटना साहिब की धरती ते क्यों आए? पिछले दिन ही एक दीवान लग्या सी इत्थे, मैं एक इतिहास आप जी दे अगे रखिया सी, ते उस इतिहास विच गुरु नानक पातशाह महाराज सालसराय जौहरी नूं मिलदे आ। जिदों भाई मरदाने ने लाल दी कीमत जानना चाहिए सी,
सालसराय जौहरी देखो पहले जामे दे विच सालसराय जौहरी नाल वध है। सालसराय जौहरी कहंदा सच्चे पातशाह किरपा करो मेरे घर विच अपने मुबारक चरण पा दिओ, पवित्र हो जाए। महाराज कहंदे सालसराय हुण तां नहीं असीं आउंदे, पर समा आएगा सदा वास्ते तेरे घर नूं असीं संगतां दी याद बना के रख देंगे। आखो सतनाम वाहिगुरू जी। आवांगे तेरे घर, पर समा आएगा ते मेरियां संगतां तेरे घर तेरे दर दे दर्शन करया करनियां। इस घर दे उस जगह ते रह रहे सन पातशाह महाराज। महाराज दा परिवार जदों महाराज दा प्रकाश होया, ये सालसराय दा घर सी पुरातन ये जगह। वो बचन पूरा किया ते पातशाह ने पटना साहब की धरती ते अवतार धारण किया। 1666 ईस्वी पिता गुरु तेग बहादुर पातशाह महाराज दे घर मां माता गुजर कौर, दादा गुरु हरगोबिंद साहिब, दादी माता नानकी जी दे घर कलगीधर पातशाह दा अवतार होया। जहो जा रोग होवे ओ जा इलाज किया जाता है। जिद्दां दा रोग होवे उदां दे डॉक्टर की लोड़ है। भावें 9 गुरु साहबान आ गए सन धरती ते शरीर धारण करके, पर जो समय की मंग है वो कुछ होर है। तो मैं बेनती कर रहा सी कि समय का बादशाह औरंगजेब बड़ा जालम बादशाह है, बड़ा क्रूर है। तुसी क्रूर ते समझ जाओगे कि जदों जेड़ा अपनियां दा लिहाज नहीं कर रहा, जिन्हें अपने भैन दा भाइयां दा बाप दा लिहाज नहीं किया, वो कदे किसी दा नहीं हो सकता। गुरमुखो ते इन्हें एक कसम खाधी हुई है कि 1.25 मन जनेऊ ला के, जनेऊ कौन पाउंदा जी? हिंदू वीर पाउंदे ने, जनेऊ धारण करते हैं, मुंडन करते हैं, जनेऊ पवाउंदे ने। 1.25 मन कच्चा धागा ला के फिर बुरकी मुंह पाउंदा सी औरंगजेब। इहो जिहा राज सी उस समय का। फिर उत्थे ख्याल करो सी किसी मर्द की लोड़ के नहीं। आखो सतनाम। कौन रोकूगा इस वेग नूं? इत्थों तिकर के पिंडां दे विचों धीआं भैणां नूं किसे लिखिया लिखारी ने, कहता देवी देव देवतों के नामों ना निशान रहते, दर मिट जाते सब वेदन पुराण के। हिंदुआं वीरां दे प्रसिद्ध मंदिर ढा दिते, विद्वान पंडित पुजारी छड्ड करके जा करके गंगा के किनारे किते लोके कंदरां दे विच बह गए जाके, मौत तो डरदे। प्रसिद्ध तीर्थ प्रसिद्ध सरोवर प्रसिद्ध मंदिर ढा दिते। किड्डी वड्डी आस्था नूं ठेस होएगी। किसी दे धर्म नूं दे मंदिर, किसी दे धर्म का कोई जो स्थान है इमारत नूं ढाउणा जिथे लोगों की आस्था जुड़ी हुई है, किड्डा वड्डा यह कर्म है। पर औरंगजेब लिए कुछ भी नहीं सी। लिखता है लिखारी देवी देव देवतों के नामों ना निशान रहते, दर मिट जाते सब वेदन पुराण के। कहंदा हिंदुआं दे बच्चियां नूं कोह के मारदे सी। समय दी सरकार आ कुछ करदी सी।
ਬੱਚੇ ਸਨ ਜਿਹੜੇ ਉਹਨਾਂ ਨੂੰ ਕੋਹ ਕੋਹ ਕੇ ਸਾਹਮਣੇ ਮਾਰ ਦੇਣਾ ਤੇ ਮਾਫ ਕਰਨਾ ਕਹਿੰਦਿਆਂ ਦਿਲ ਕੰਬਦਾ ਹੈ। ਜਿਹੜੀਆਂ ਧੀਆਂ, ਜਿਹੜੀਆਂ ਭੈਣਾਂ, ਜਿਹੜੀਆਂ ਮਾਵਾਂ ਗਰਭਵਤੀਆਂ ਹੁੰਦੀਆਂ ਸਨ, ਉਹਨਾਂ ਦੇ ਪੇਟ 'ਚ ਲੱਤਾਂ ਮਾਰ ਕੇ ਗਰਭ ਕਰਾ ਦਿੱਤੇ ਜਾਂਦੇ ਸੀ ਉਹਨਾਂ ਦੇ, ਕਿ ਇਹਨਾਂ ਦੀ ਨਸਲ ਨਾ ਪੈਦਾ ਹੋ ਜਾਏ ਅੱਗੇ। ਇਹੋ ਜਿਹਾ ਸਮਾਂ ਸੀ ਉਦੋਂ। ਕਿਉਂ ਆਉਣਾ ਹੋਇਆ ਕਲਗੀਧਰ ਦਾ? ਤੁਹਾਨੂੰ ਕਦੇ ਕੋਈ ਪੁੱਛ ਲੈ ਵੀ ਕਿਉਂ ਆਉਣਾ ਹੋਇਆ? ਮਰਦ ਅਗੰਮੜਾ ਕਹਿੰਦੇ ਆ, ਤੇ ਉਹ ਮਰਦ ਅਗੰਮੜਾ ਕਿਉਂ ਆਇਆ? ਹਿੰਦੂਆਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਦੇ, ਜਿਹੜੇ ਝੋਲੀ ਸਨ, ਗੋਦ ਵਿੱਚ ਸਨ, ਖੇਡਦੇ ਸਨ, ਅੱਖਾਂ ਦੇ ਸਾਹਮਣੇ ਚੁੱਕ ਕੇ ਚਲਾ ਕੇ ਮਾਰਦੇ, ਥੱਲੇ ਨੇਜਾ ਕਰਨ ਦੇ ਉੱਤੇ ਟੰਗਿਆ ਜਾਂਦਾ ਸੀ ਬੱਚਾ ਤੇ ਮਰ ਜਾਂਦਾ ਸੀ। ਔਰतें ਲੈ ਜਾਤੇ ਸਭ ਸੁੰਦਰ ਪਛਾਣ ਕੇ। ਤੇ ਘਰਾਂ ਵਿੱਚ ਦੇਖਣਾ ਇੱਕ ਹੀ ਬੰਦਾ ਆਉਂਦਾ, ਇੱਕ ਪਿੰਡ ਵਿੱਚ ਦੇਖਿਆ ਇਸ ਘਰ ਵਿੱਚ ਧੀ ਹੈ, ਨੌਜਵਾਨ, ਕੋਈ ਨੂੰਹ ਹੈ, ਕੋਈ ਭੈਣ ਹੈ, ਉਹਨਾਂ ਨੇ ਚੁੱਕਣਾ, ਫੜਨਾ ਤੇ ਲੈ ਜਾਣਾ ਅੱਗੇ ਲਾ ਕੇ, ਜਿਵੇਂ ਕੋਈ ਪਸ਼ੂਆਂ ਦਾ ਬੱਗ ਲੈ ਜਾਂਦਾ ਹੁੰਦਾ। ਇਹੋ ਜਿਹਾ ਸਮਾਂ ਸੀ ਉਹ, ਇਹੋ ਜਿਹਾ ਸਮਾਂ ਸੀ। ਧੀਆਂ ਭੈਣਾਂ ਨੂੰ ਬੱਗ ਬਣਾ ਕੇ ਅੱਗੇ ਲਾ ਕੇ ਲੈ ਜਾਂਦੇ ਤੇ ਸੌਦੇ ਕੀਤੇ ਜਾਂਦੇ, ਬਾਜ਼ਾਰਾਂ 'ਚ ਮੰਡੀਆਂ ਲਾਈਆਂ ਜਾਂਦੀਆਂ ਤੇ ਲੋਕ ਖੜੇ ਵੇਖਦੇ ਰਹਿ ਜਾਂਦੇ ਸੀਗੇ। ਕਹਿੰਦੇ ਜੇ ਬੋਲੇ ਨਾ ਤਾਂ ਸਾਨੂੰ ਮਾਰ ਦੇਣਗੇ। ਬੋਲਦੇ ਨਹੀਂ ਸੀਗੇ। ਸੀ ਕਿ ਨਹੀਂ ਸੀ ਮਰਦ ਅਗੰਮੜੇ ਦੀ ਲੋੜ? ਆਖੋ ਸਤਨਾਮ ਵਾਹਿਗੁਰੂ ਜੀ। ਬੋਲਦੇ ਨਹੀਂ ਸਨ ਮਾਪੇ, ਵੇਖਦੇ ਰਹਿੰਦੇ, ਰੋਂਦੇ ਕਰਲਾਉਂਦੇ। ਤੇ ਜਿਹੜੇ ਆ ਛੋਟੀ ਉਮਰ 'ਚ ਵਿਆਹ ਕਰਨ ਦਾ ਜਿਹੜਾ ਕੰਮ ਚੱਲਿਆ ਸੀ, ਹੁਣ ਤੇ ਲੋਕਾਂ ਨੇ ਆਪਣੇ ਧਰਮ ਅਨੁਸਾਰ ਉਹਨੂੰ ਵੰਡ ਲਿਆ ਵੀ ਸਾਡੇ ਤਾਂ ਨਿੱਕੇ ਹੁੰਦੇ ਹੀ ਕਰ ਦਿੰਦੇ ਆ। ਇਹ ਉਦੋਂ ਮਾਪੇ ਵਿਆਹ ਕਰਨ ਲੱਗੇ ਸੀ, ਲੋਕ ਮੁਗਲਾਂ ਤੋਂ ਡਰਦੇ, ਕਿਉਂਕਿ ਨਿੱਕੀਆਂ ਨਿੱਕੀਆਂ ਜਿਹੜੀ ਦੇਖਿਆ ਧੀ ਭੈਣ ਥੋੜੀ ਜਿਹੀ ਜਵਾਨ ਹੁੰਦੀ ਲੈ ਜਾਂਦੇ ਸਨ ਚੁੱਕ ਕੇ। ਲੋਕਾਂ ਨੇ ਕਿ ਕਿੰਨਾ ਦੀ ਕਰਨਾ, 12 ਕੁ ਸਾਲ ਦੀ ਧੀ ਹੋਈ, 10 ਸਾਲਾਂ ਦੀ ਹੋਈ, ਉਹਦਾ ਵਿਆਹ ਕਰ ਦੇਣਾ, ਬਸ ਛੋਟੀਆਂ ਉਮਰਾਂ 'ਚ ਵਿਆਹ ਕਰਕੇ ਤੋਰ ਦਿੰਦੇ। ਇਹ ਕੋੜ ਉਦੋਂ ਤੋਂ ਲੱਗਿਆ ਸਮਾਜ ਨੂੰ। ਤੇ ਜਾਂ ਫਿਰ ਲੋਕ ਕੀ ਕਰਦੇ ਸੀ, ਡਰਦੇ, ਜ਼ਾਲਮਾਂ ਦੇ ਕਹਿਰ ਤੋਂ ਡਰਦੇ, ਜਾਂ ਫਿਰ ਧੀਆਂ ਨੂੰ ਮਾਰ ਦਿੰਦੇ ਸੀ ਜੰਮਦੀਆਂ ਨੂੰ ਹੀ। ਕਿਉਂਕਿ ਉਦੋਂ ਹੁਣ ਵਰਗਾ ਜਵਾਨਾ ਤਾਂ ਨਹੀਂ ਸੀਗਾ ਵੀ ਦਿਓ 10-20 ਹਜ਼ਾਰ ਅਲਟਰਾਸਾਊਂਡ ਕਰਾਓ ਪਤਾ ਲੱਗਿਆ ਧੀ ਹੈ ਚੱਲ ਕਤਲ। ਹੁਣ ਤੇ ਬੜੇ ਸਿਆਣੇ ਹੋ ਗਏ, ਅਸੀਂ ਪੜ੍ਹ ਗਏ ਨਾ। ਧੀਆਂ ਜੰਮਣੋਂ ਹਟ ਗਏ ਸਨ ਲੋਕ, ਇੰਨਾ ਡਰ ਸੀ।